हाय फ्रेंड्स एंड वेलकम टू SIC कैनेडा अपडेट्स। ਅੱਜ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਟ੍ਰੈਂਡ ਦੇ ਬਾਰੇ ਜਿਹੜਾ ਕਿ ਇਮੀਗ੍ਰੇਸ਼ਨ ਦਾ ਰਿਹਾ ਹੈ 2020 ਔਨਵਰਡਸ। ਅਸੀਂ ਸਾਰਿਆਂ ਨੇ ਦੇਖਿਆ ਕਿ ਕੋਵਿਡ ਕਰਕੇ ਮੇਜਰ ਐਪਲੀਕੇਸ਼ਨਸ ਜਿਹੜੀ ਇਮੀਗ੍ਰੇਸ਼ਨ ਨੇ ਰਿਸੀਵ ਕੀਤੀਆਂ ਫॉर ਕੈਂਡੀਡੇਟਸ ਹੂ ਆਰ ਆਊਟਸਾਈਡ ਆਫ ਕੈਨੇਡਾ ਉਹ ਹਲੇ ਤੱਕ ਪੈਂਡਿੰਗ ਹੀ ਹੈ ਇੱਕ ਤਰੀਕੇ ਤੋਂ। ਜਿਨ੍ਹਾਂ ਦੀ PR ਵੀ ਇਸ਼ੂ ਹੋ ਚੁੱਕੀ ਹੈ ਆਫਟਰ ਮਾਰਚ 18th, ਉਹਨਾਂ ਨੂੰ ਹਲੇ ਵੀ ਟਰੈਵਲ ਨਹੀਂ ਕਰਨ ਦਿੱਤਾ ਜਾ ਰਿਹਾ। ਸੋ ਕੈਨੇਡਾ ਇਜ਼ ਬੀਇੰਗ ਵੈਰੀ ਕੌਸ਼ੀਅਸ ਅਬਾਊਟ ਇਟ ਕਿ ਉਹ ਅੰਦਰ ਕਿਸ ਨੂੰ ਐਂਟਰ ਕਰਨ ਦੇ ਰਹੇ ਹੈ, ਕਿਸ ਨੂੰ ਨਹੀਂ ਐਂਟਰ ਕਰਨ ਦੇ ਰਹੇ। ਸੋ ਇਹ ਸਾਰੇ ਸਰਕਮਸਟੈਂਸਿਸ ਦੇ ਅੰਦਰ ਜੇ ਆਪਾਂ ਟ੍ਰੈਂਡ ਆਬਜ਼ਰਵ ਕਰੀਏ ਇਮੀਗ੍ਰੇਸ਼ਨ ਦਾ, ਤਾਂ ਆਲਦੋ ਇਹ ਵਰਲਡ ਓਵਰ ਜਿਹੜਾ ਹੈਗਾ ਕਿ ਬੜਾ ਹੀ ਡਰਾਮੈਟਿਕ ਜਿਹਾ ਟਾਈਮ ਸੀਗਾ, ਬੜਾ ਹੀ ਡਰਾਸਟਿਕ ਜਿਹਾ ਟਾਈਮ ਸੀ ਜਿੱਥੇ ਕਿ ਪੂਰਾ ਵਰਲਡ ਜਿਹੜਾ ਹੈਗਾ ਉਹ ਸਫਰ ਕਰ ਰਿਹਾ ਹੈ ਐਂਡ ਦੇ ਆਰ ਸਟਰਗਲਿੰਗ ਫॉर एवरीथिंग। ਤਾਂ ਇਮੀਗ੍ਰੇਸ਼ਨ ਨੂੰ ਜੇਕਰ ਆਪਾਂ ਧਿਆਨ 'ਚ ਰੱਖ ਕੇ ਦੇਖੀਏ ਤਾਂ ਇਟ ਹੈਜ਼ ਬ੍ਰੌਟ ਸਮ ਗੁੱਡ ਨਿਊਜ਼ ਆਲਸੋ ਸਿੰਸ 2020 ਫॉर ਫਿਊ ਆਫ ਦ ਐਪਲੀਕੈਂਟਸ ਜਾਂ ਫਿਰ ਉਹ ਲੋਕਾਂ ਵਾਸਤੇ ਜਿਹੜੇ ਕਿ ਹੁਣੀ ਕੈਨੇਡਾ ਦੇ ਅੰਦਰ ਮੌਜੂਦ ਨੇ। ਆਪਾਂ ਆਬਜ਼ਰਵ ਕਰੀਏ ਤਾਂ ਕੈਨੇਡਾ ਨੇ ਇਮੀਗ੍ਰੇਸ਼ਨ ਨੇ ਸਪੈਸੀਫਿਕਲੀ ਇਸ ਸਾਰੇ ਟਾਈਮ ਦੇ ਅੰਦਰ ਕਿਆ ਕੁਛ ਜਿਹੜੇ ਹੈਗੇ ਚੇਂਜਸ ਜਾਂ ਕਿਆ ਕੁਛ ਐਸੇ ਪ੍ਰੋਗਰਾਮਸ ਨੇ ਜਿਹੜੇ ਕਿ ਇੰਟਰੋਡਿਊਸ ਕੀਤੇ ਹੈ ਵਿਚ ਵਰ ਨੈਵਰ ਡਨ ਬਿਫੋਰ। ਓਕੇ, ਅਤੇ ਉਹਨਾਂ ਪ੍ਰੋਗਰਾਮਸ ਦਾ ਕਿੰਨੇ ਲੋਕਾਂ ਨੂੰ ਬੈਨੀਫਿਟ ਮਿਲਿਆ। ਸੋ ਜੇ ਅਸੀਂ ਅਬਜ਼ਰਵ ਕਰੀਏ ਇਸ ਟਾਈਮ 'ਤੇ ਕੋਵਿਡ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੀ ਹੈ ਬੜੀ ਹੀ ਰਿਸੈਪਟਿਵ ਹੋਈ ਪਈ ਹੈ ਟੂ ਗਿਵ ਅਪਰੂਵਲਸ ਟੂ ਪੀਪਲ ਹੂ ਆਰ ਆਲਰੇਡੀ ਵਿਦ ਇਨ ਕੈਨੇਡਾ। ਸੋ ਜੇ ਤੁਸੀਂ ਕੈਨੇਡਾ ਦੇ ਅੰਦਰ ਹੋ ਤਾਂ ਤੁਸੀਂ ਵੀ ਐਸੀ ਓਪਰਚੁਨਿਟੀਜ਼ ਦੇ ਵਾਸਤੇ ਆਉਣ ਵਾਲੇ ਟਾਈਮ 'ਚ ਕੁਆਲੀਫਾਈ ਕਰ ਸਕਦੇ ਹੋ। ਜੇ ਅਸੀਂ ਦੇਖ ਕੇ ਚਲੀਏ ਕਿ ਪਿੱਛੇ ਕੈਸੇ ਪ੍ਰੋਗਰਾਮਸ ਤੇ ਕੈਸੇ ਅਪਰੂਵਲਸ ਆਏ ਨੇ ਤਾਂ ਵੀ ਕੈਨ ਈਜ਼ੀਲੀ ਅਬਜ਼ਰਵ ਕਿ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਜੇਕਰ ਮੈਂ ਫਸਟ ਆਫ ਆਲ ਲੈ ਕੇ ਚਲਾਂ, ਉਹ ਐਪਲੀਕੈਂਟਸ ਜਿਨ੍ਹਾਂ ਕੋਲ ਮਿਨੀਮਮ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਸੀਗਾ, ਸੋ ਉਹਨਾਂ ਨੂੰ ਐਜ਼ ਲੋ ਐਜ਼ 75 ਸਕੋਰਸ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਅਪਰੂਵਲਸ ਦਿੱਤੇ ਹੈ ਜਾਂ ਯੂ ਕੈਨ ਸੇ ਕਿ ਇਨਵੀਟੇਸ਼ਨਸ ਭੇਜੇ ਹੈ PR ਨੂੰ ਅਪਲਾਈ ਕਰਨ ਵਾਸਤੇ। ਐਜ਼ ਵੀ ਅਬਜ਼ਰਵ ਕਿ 13 ਫਰਵਰੀ 2021 ਨੂੰ ਕੈਨੇਡੀਅਨ ਇਮੀਗ੍ਰੇਸ਼ਨ ਇੱਕ ਡਰਾ ਕੱਢਿਆ ਸੀ ਵਿਚ ਵਾਜ਼ ਦ ਬਿਗੇਸਟ ਡਰਾ in the history of immigration, ਜਿਸ ਦੇ ਅੰਦਰ ਇਹਨਾਂ ਨੇ 25,000 ਐਪਲੀਕੈਂਟਸ ਨੂੰ ਅਪਰੋਕਸੀਮੇਟਲੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿਚ ਮੀਨਸ ਜਿਨ੍ਹਾਂ ਕੋਲ ਮਿਨੀਮਮ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੈਗਾ ਸੀ NOC 0 EB ਕੈਟੇਗਰੀ ਜੌਬਸ ਆ, ਉਹਨਾਂ ਨੂੰ ਅਪਰੂਵਲਸ ਜਾਂ ਫਿਰ ਇਨਵਾਈਟਸ ਦਿੱਤੇ ਨੇ ਫॉर PR। ਸੋ ਦਿਸ ਵਾਜ਼ ਵਨ ਆਫ ਦ ਬਿਗੇਸਟ ਓਪਰਚੁਨਿਟੀ ਜਿਹੜੀ ਕਿ ਉੱਧਰ ਦੇ ਕੈਨੇਡੀਅਨ ਐਕਸਪੀਰੀਅੰਸ ਵਾਲੇ ਬੱਚਿਆਂ ਵਾਸਤੇ ਕੁਆਲੀਫਾਈਂਗ ਸੀਗੀ। ਦੈਨ ਸੈਕੰਡਲੀ ਇਹੀ ਨਹੀਂ, ਇਸ ਡਰਾਜ਼ ਦੇ ਅੰਦਰ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਜਸਟ ਇਨ ਕੇਸ ਜੇ ਕੋਈ ਐਪਲੀਕੈਂਟਸ ਕੈਨੇਡਾ ਦਾ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਬਟ ਆਪਣੀ PR ਨਹੀਂ ਐਕਵਾਇਰ ਕਰ ਸਕੇ ਅਤੇ ਉਹ ਵਾਪਸ ਮੁੜ ਆਏ ਸੀਗੇ, ਜੇ ਲਾਸਟ 5 ਇਅਰਸ ਦੇ ਅੰਦਰ ਉਹਨਾਂ ਕੋਲ ਫਿਰ ਵੀ 1 ਸਾਲ ਦਾ ਐਕਸਪੀਰੀਅੰਸ ਹੈ ਉਹ ਵੀ ਕੁਆਲੀਫਾਈ ਕਰ ਪਾਏ। ਆਲਦੋ ਕੈਨੇਡਾ ਦੇ ਅੰਦਰ ਨਹੀਂ ਸੀਗੇ ਫਿਰ ਵੀ ਉਹਨਾਂ ਨੂੰ ਜਿਹੜੇ ਹੈਗੇ ਨੇ ਇਨਵਾਈਟਸ ਆਏ ਨੇ ਜੇ ਉਹਨਾਂ ਦੀ ਪ੍ਰੋਫਾਈਲ ਆਲਰੇਡੀ ਕ੍ਰੀਏਟਡ ਸੀਗੀ। ਕੈਨੇਡੀਅਨ ਇਮੀਗ੍ਰੇਸ਼ਨ ਨੇ ਹੋਰ ਵੀ ਬੜੇ ਸਾਰੇ ਪ੍ਰੋਗਰਾਮਸ ਲਾਂਚ ਕੀਤੇ ਨੇ, ਜਿਵੇਂ ਅਸੀਂ ਦੇਖ ਰਹੇ ਹਾਂ ਕਿ PNPs ਜਿਹੜੀ ਹੈ ਬੜੀ ਹੀ ਲੀਨੀਅੰਟ ਹੋ ਗਈ ਹੈ। ਸੋ ਮੈਕਸਿਮਮ ਨੰਬਰ ਆਫ ਡਰਾਜ਼ ਵਿਦ ਫ੍ਰੀਕੁਐਂਸੀ ਫॉर ਦੀ ਐਪਲੀਕੈਂਟਸ ਹੂ ਆਰ ਆਲਰੇਡੀ ਵਿਦ ਇਨ ਕੈਨੇਡਾ ਜਾਂ ਉਸ ਪ੍ਰੋਵਿੰਸ ਦੇ ਅੰਦਰ ਪਹਿਲਾਂ ਤੋਂ ਹੀ ਨੇ, ਉਹਨਾਂ ਨੂੰ ਅਪਰੂਵਲਸ ਦੇ ਵਾਸਤੇ ਕਾਫੀ ਕੰਸੀਡਰੇਸ਼ਨ ਮਿਲ ਰਹੀ ਹੈ। ਹੁਣੀ ਕੈਨੇਡੀਅਨ ਇਮੀਗ੍ਰੇਸ਼ਨ ਨੇ ਇੱਕ ਨਵਾਂ ਪ੍ਰੋਗਰਾਮ ਵੀ ਲਾਂਚ ਕੀਤਾ ਸੀ, ਅਨਾਊਂਸ ਕੀਤਾ ਸੀਗਾ ਫॉर 90,000 ਅਪਰੂਵਲਸ ਵਿਚ ਵਾਸ ਕਾਲਡ TR to PR ਪਾਥਵੇ, ਜਿਸ ਦੇ ਅੰਦਰ ਉਹਨਾਂ ਨੇ ਐਲੀਜੀਬਿਲਿਟੀ ਰਿਕੁਆਇਰਮੈਂਟ ਬਹੁਤ ਹੀ ਬੇਸਿਕ ਰੱਖੀ ਸੀਗੀ। ਬੇਸਿਕਲੀ ਤੁਹਾਨੂੰ CLB 5 ਜਾਂ ਫਿਰ ਐਂ ਕਹਿ ਲਓ ਕਿ 4 each 5 each ਦਾ ਸਕੋਰ ਆਈਲੈਟਸ ਦਾ ਚਾਹੀਦਾ ਸੀਗਾ ਇਫ ਯੂ ਆਰ ਕੁਆਲੀਫਾਈਂਗ ਅੰਡਰ ਦੋਜ਼ ਕੈਟੇਗਰੀਜ਼। ਜੇ ਤੁਹਾਡੇ ਕੋਲ ਸਿਰਫ ਇੱਕ ਕੈਨੇਡੀਅਨ ਐਜੂਕੇਸ਼ਨ ਵੀ ਹੈ, ਚਾਹੇ ਤੁਸੀਂ ਮਹੀਨੇ ਪਹਿਲਾਂ ਹੀ ਕਿਉਂ ਨਾ ਉਸ ਨੂੰ ਕੀਤਾ ਹੋਏ ਐਕਵਾਇਰ, ਸਟਿਲ ਯੂ ਆਰ ਐਲੀਜੀਬਲ ਟੂ ਗੋ ਹੈਡ ਐਂਡ ਅਪਲਾਈ ਡਾਇਰੈਕਟਲੀ ਫॉर PR ਈਵਨ ਦੋ ਯੂ ਡੋਂਟ ਹੈਵ ਐਨੀ ਐਕਸਪੀਰੀਅੰਸ ਬਟ ਤੁਸੀਂ ਵਰਕਿੰਗ ਸੀਗੇ, ਤੁਹਾਡੇ ਕੋਲ ਵਰਕਿੰਗ ਰਾਈਟ ਸੀ ਅਤੇ ਤੁਸੀਂ ਉੱਥੇ ਦੇ ਪਾਸ ਆਊਟ ਹੋ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਇਹਨਾਂ ਪ੍ਰੋਗਰਾਮ ਵਾਸਤੇ। ਵੀ ਹੈਵ ਆਲਸੋ ਅਬਜ਼ਰਵਡ ਕਿ 2020 ਔਨਵਰਡਸ ਉਹਨਾਂ ਨੇ ਫ੍ਰੈਂਚ ਸਪੀਕਿੰਗ ਕੈਟੇਗਰੀ ਜਿਹੜੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ। ਸੋ ਦੇ ਆਰ ਟਰਾਈਂਗ ਟੂ ਇਨਕਰੀਜ਼ ਦੈਟ ਨੰਬਰ ਜਿੱਥੇ ਕਿ ਫ੍ਰੈਂਚ ਸਪੀਕਿੰਗ ਕੈਟੇਗਰੀ ਹੈ। ਇਸ ਟਾਈਮ ਦੇ ਉੱਤੇ ਮੈਂ ਸਾਰਿਆਂ ਨੂੰ ਸੁਜੈਸ਼ਨ ਇਹੀ ਦੇਵਾਂਗਾ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ PR ਹਲੇ ਵੀ ਥੋੜ੍ਹੀ ਡਿਸਟੈਂਟ ਹੈਗੀ ਹੈ, ਦੇ ਆਰ ਨਾਟ ਏਬਲ ਟੂ ਗੋ ਹੈਡ ਐਂਡ ਅਚੀਵ ਇਟ, ਸੋ ਪਲੀਜ਼ ਆਪਣੀ ਐਪਲੀਕੇਸ਼ਨਸ ਦੇ ਉੱਤੇ ਹੁਣੀ ਤੋਂ ਵਰਕ ਸ਼ੁਰੂ ਕਰ ਦਿਓ ਕਿਉਂਕਿ ਗਿਵਨ ਕ੍ਰਾਈਸਿਸ ਦੇ ਅੰਦਰ ਇਟਸ ਕੁਆਇਟ ਪੋਸੀਬਲ ਕਿ ਈਅਰ 2021 ਦੇ ਅੰਦਰ ਵੀ ਐਸੇ ਹੀ ਇਨੋਵੇਟਿਵ ਜੇ ਪ੍ਰੋਗਰਾਮ ਜਿਹੜੇ ਹੈ ਕੈਨੇਡੀਅਨ ਇਮੀਗ੍ਰੇਸ਼ਨ ਇੰਟਰੋਡਿਊਸ ਕਰਦੀ ਰਹੇਗੀ। ਸੋ ਇਫ ਯੂ ਆਰ ਆਲਰੇਡੀ ਵਿਦ ਇਨ ਕੈਨੇਡਾ, ਤੁਹਾਡੇ ਕੋਲ ਕੈਨੇਡਾ ਦਾ ਐਕਸਪੀਰੀਅੰਸ ਹੈ ਜਾਂ ਤੁਸੀਂ ਐਕਸਪੀਰੀਅੰਸ ਇਸ ਸਾਲ ਦੇ ਅੰਦਰ 1 ਸਾਲ ਦਾ ਪੂਰਾ ਕਰ ਲਓਗੇ, ਕੀ ਡਾਕੂਮੈਂਟੇਸ਼ਨ ਚਾਹੀਦੀ ਹੈ, ਵੈਦਰ ਤੁਹਾਡੀ ਜੌਬ ਜਿਹੜੀ ਹੈ ਕੁਆਲੀਫਾਈ ਕਰਦੀ ਹੈ ਇਸ ਕੈਟੇਗਰੀ ਦੇ ਅੰਦਰ ਕਿ ਨਹੀਂ, ਯੂ ਕੈਨ ਸਟਿਲ ਗੋ ਹੈਡ ਐਂਡ ਯੂ ਕੈਨ ਕੰਟੈਕਟ ਅਸ, ਅਸੀਂ ਤੁਹਾਡੀ ਪ੍ਰੋਫਾਈਲ ਚੈੱਕ ਕਰ ਸਕਦੇ ਹਾਂ, ਅਸੀਂ ਕ੍ਰੀਏਟ ਕਰਵਾ ਸਕਦੇ ਹਾਂ ਸੋ ਦੈਟ ਆਉਣ ਵਾਲੀ ਫਿਊਚਰ ਓਪਰਚੁਨਿਟੀਜ਼ ਦੇ ਵਾਸਤੇ ਤੁਸੀਂ ਅਪ ਟੂ ਡੇਟ ਹੋ। ਬੜੇ ਸਾਰੇ ਬੱਚੇ ਜਿਹੜੇ ਹੈ ਦੋਜ਼ ਹੂ ਆਰ ਹੋਪਿੰਗ ਟੂ ਗੋ ਹੈਡ ਐਂਡ ਕੁਆਲੀਫਾਈ ਅੰਡਰ ਦਿਸ ਨਿਊ ਪ੍ਰੋਗਰਾਮ ਆਲਸੋ ਜਸਟ ਬਿਕੋਜ਼ ਗਾਈਡ ਜਿਹੜੀ ਹੈਗੀ ਉਹ ਪ੍ਰੀਵੀਅਸਲੀ ਅਵੇਲੇਬਲ ਨਹੀਂ ਸੀਗੀ, ਸੋ ਦੇ ਵਰ ਨਾਟ ਏਬਲ ਟੂ ਗੋ ਹੈਡ ਐਂਡ ਮੀਟ ਅਪ ਦ ਕ੍ਰਾਈਟੀਰੀਆ ਇਨ ਟਾਈਮ, ਉਹ ਐਪਲੀਕੇਸ਼ਨ ਜਿਹੜੀ ਹੈ ਆਪਣੀ ਪ੍ਰੋਸੈਸ ਨਹੀਂ ਕਰ ਪਾਏ। ਡੋਂਟ ਮੇਕ दैट काइंड ऑफ मिस्टेक, प्लीज़ बी ऑन टॉप ऑफ इट।
ਸੋ ਦੈਟ ਤੁਸੀਂ ਜਿਹੜੀ ਵੀ ਨਵੀਂ ਓਪਰਚੁਨਿਟੀਜ਼ ਆਉਣ ਲੱਗੀਆਂ ਹੈ ਉਹਨਾਂ ਨੂੰ ਗ੍ਰੈਸਪ ਕਰ ਸਕੋ, ਆਪਣੀ PR ਜਿਹੜੀ ਹੈ ਅਚੀਵ ਕਰ ਸਕੋ। कोविड ਦੇ क्राइसिस ऐसे हैं कि इमिग्रेशन इज़ फोर्स्ड टू गो हैड एंड एक्सेप्ट दी एप्लीकेशंस फ्रॉम विद इन कैनेडा। ऑलमोस्ट हले तक उन्होंने 60 to 70% एप्लीकेंट्स ਜਿਹੜੇ ਕਿ ਪੂਲ ਦੇ ਅੰਦਰ ਅਵੇਲੇਬਲ ਸੀਗੇ ਵਿਦ ਅ ਵੈਲਿਡ ਕੈਨੇਡੀਅਨ ਐਕਸਪੀਰੀਅੰਸ ਉਹਨਾਂ ਨੂੰ ਇਨਵੀਟੇਸ਼ਨ ਦੇ ਚੁੱਕੇ हैं। ਫੈਬਰਰੀ 13 ਦੇ ਤੱਕ ਜੇ ਆਪਾਂ ਦੇਖ ਕੇ ਚੱਲੀਏ ਤਾਂ ਜਿਹੜੀ ਵੀ ਐਪਲੀਕੇਸ਼ਨ ਉਸ ਟਾਈਮ ਤੱਕ ਅਵੇਲੇਬਲ ਸੀ ਆਲਮੋਸਟ 80 to 90% ਐਪਲੀਕੈਂਟਸ ਨੂੰ ਉਹਨਾਂ ਨੇ ਅਪਰੂਵ ITS ਜਿਹੜੇ ਹੈਗੇ ਇਸ਼ੂ ਕੀਤੇ ਸੀਗੇ ਅੰਡਰ ਥੀਸ ਪ੍ਰੋਗਰਾਮਸ। ਆਲਸੋ ਅਗੇਨ ਫ੍ਰੈਂਚ ਸਪੀਕਿੰਗ ਕੈਂਡੀਡੇਟਸ ਦੀ ਜਿਵੇਂ ਮੈਂ ਗੱਲ ਕਰ ਰਿਹਾ ਤਾਂ ਫ੍ਰੈਂਚ ਸਪੀਕਿੰਗ ਕੈਟਾਗਰੀ ਨੂੰ ਉਹਨਾਂ ਨੇ ਐਡੀਸ਼ਨਲ ਵੇਟੇਜ ਵੀ ਦੇਤੀ ਹੈ ਜਿਹਦੇ ਕਰਕੇ ਕਿ ਤੁਹਾਡਾ ਅਗੇਨ ਐਕਸਪ੍ਰੈਸ ਐਂਟਰੀ ਤੋਂ ਹੀ ਡਾਇਰੈਕਟ PR ਵਾਸਤੇ ਕੁਆਲੀਫਾਈ ਹੋਣਾ ਹੋਰ ਵੀ ਈਜ਼ੀ ਹੋ ਗਿਆ ਇਫ ਯੂ ਡੂ ਹੈਵ ਦੈਟ ਐਲੀਮੈਂਟ ਅਵੇਲੇਬਲ ਇਨ ਯੋਰ ਪ੍ਰੋਫਾਈਲ। ਸੋ ਫਰੈਂਡਸ ਐਵਰ ਸਿੰਸ ਦਿਸ ਕੋਵਿਡ ਪੈਂਡੈਮਿਕ ਸਟਾਰਟਡ ਐਂਡ ਲੋਕਡਾਊਨ ਦੇ ਸਿਚੁਏਸ਼ਨਸ ਜਿਹੜੀਆਂ ਅਰਾਈਜ਼ ਹੋਈਆਂ ਅਸੀਂ ਦੇਖਿਆ ਐਜ਼ ਪਰ ਦਾ ਟ੍ਰੈਂਡ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ ਜਿਹੜੇ ਡਰਾਜ਼ ਨੇ ਐਕਸਪ੍ਰੈਸ ਐਂਟਰੀ ਦੇ ਉਹ ਬਹੁਤ ਹੀ ਲੋਐਸਟ ਸਕੋਰ ਤੇ ਜਾਂਦੇ ਰਹੇ ਹੈ। ਫੈਬਰਰੀ ਦੇ ਅੰਦਰ ਤਾਂ ਇਹਨਾਂ ਨੇ 75 ਦੇ CRS ਤੇ ਵੀ ਐਪਲੀਕੈਂਟਸ ਨੂੰ ਇਨਵੀਟੇਸ਼ਨ ਭੇਜਿਆ ਹੈ। ਉਵੇਂ ਅਸੀਂ ਅਬਜ਼ਰਵ ਕਰ ਰਹੇ ਹਾਂ ਕਿ ਦ ਸਕੋਰ ਇਜ਼ ਗੋਇੰਗ ਔਨ ਐਨ ਐਵਰੇਜ ਬਿਟਵੀਨ 410 to 460। ਹੁਣ ਤਾਂ 460 ਵਾਲਾ ਵੀ ਟ੍ਰੈਂਡ ਨਹੀਂ ਹੈ। ਅੱਜ ਕੱਲ੍ਹ ਜਿਹੜੇ ਹੈਗੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਜ਼ ਜਿਹੜੇ 410 416 417 ਐਵੇਂ ਨਿਕਲ ਰਹੇ ਹੈ। ਸੋ ਜਸਟ ਇਨ ਕੇਸ ਤੁਹਾਨੂੰ ਲੱਗ ਰਿਹਾ ਹੈ ਕਿ ਹਾਂ ਵੀ ਯੂ ਕੈਨ ਅਚੀਵ ਦੋਜ਼ ਕਾਈਂਡ ਆਫ ਸਕੋਰਸ, ਡੂ ਨਾਟ ਵੇਟ, ਡੂ ਨਾਟ ਹੈਜ਼ੀਟੇਟ, ਜਸਟ ਗੋ ਹੈਡ ਐਂਡ ਕ੍ਰੀਏਟ ਯੂਰ ਪ੍ਰੋਫਾਈਲ ਸੋ ਦੈਟ ਯੂ ਕੈਨ ਚੈੱਕ ਕਿ ਕੋਈ ਆਉਣ ਵਾਲਾ ਡਰਾ ਜਿਹੜਾ ਹੈਗਾ ਉਹ ਤੁਸੀਂ ਮਿਸ ਨਾ ਕਰੋ, ਐਸੀ ਓਪਰਚੁਨਿਟੀ ਤੁਸੀਂ ਮਿਸ ਨਾ ਕਰੋ। ਸੋ ਫਰੈਂਡਸ ਅਗੇਨ ਡੂ ਨਾਟ ਮਿਸ ਆਊਟ ਔਨ ਐਨੀ ਫਿਊਚਰਿਸਟਿਕ ਓਪਰਚੁਨਿਟੀਜ਼ ਦੈਟ ਆਰ ਗੋਇੰਗ ਟੂ ਸ਼ੋ ਅਪ for applicants who are already within Canada. Make use of it, be on time, go ahead and prepare your application. Although you don't need a representative, but ਫਿਰ ਵੀ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਜਾਂ ਫਿਰ ਤੁਹਾਨੂੰ ਸੁਜੈਸ਼ਨ ਦੇਵਾਂਗੇ ਕਿ ਪਲੀਜ਼ ਕੰਟੈਕਟ ਅ ਲਾਇਸੈਂਸ ਪ੍ਰੋਫੈਸ਼ਨ ਟੂ ਗੋ ਹੈਡ ਐਂਡ ਪ੍ਰਿਪੇਅਰ ਯੋਰ ਐਪਲੀਕੇਸ਼ਨਸ ਸੋ ਦੈਟ ਜਿਹੜੀ ਛੋਟੀ ਛੋਟੀ ਮਿਸਟੇਕਸ ਹੁੰਦੀਆਂ ਜਿਨ੍ਹਾਂ ਕਰਕੇ ਕਿ ਐਨੀ ਵੇਟਿੰਗ ਇੰਨਾ ਲੰਬਾ ਪ੍ਰੋਸੈਸ ਜਿਹੜਾ ਹੈਗਾ ਉਹ ਕਈ ਵਾਰੀ ਫੇਲ ਹੋ ਜਾਂਦਾ। ਅਸੀਂ ਦੇਖਿਆ ਰਿਜੈਕਸ਼ਨਸ ਆ ਜਾਂਦੀਆਂ ਜਸਟ ਬਿਕੋਜ਼ ਕਿਉਂਕਿ ਆਪਾਂ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਮਿਸ ਕਰਤੀਆਂ, ਕੋਈ ਕੁਐਸਚਨਸ ਯੈਸ ਕਰਨੇ ਸੀ ਉਹਨਾਂ ਨੂੰ ਆਪਾਂ ਨੋ ਕਰਤਿਆ। ਸੋ ਆਲ ਦਿਸ ਇਨਫੋਰਮੇਸ਼ਨ ਦੇ ਆਰ ਵੈਲ ਲਰਨਡ ਬਾਏ ਦ ਇਮੀਗ੍ਰੇਸ਼ਨ ਪ੍ਰੋਫੈਸ਼ਨਲਸ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ ਐਸੀ ਐਪਲੀਕੇਸ਼ਨਸ ਨੂੰ ਕਰਨ ਦਾ, ਹੂ ਆਲਰੇਡੀ ਨੋ ਕਿ ਹਾਂ ਵੀ ਕਿਹੜੇ ਮੇਜਰ ਮਿਸਟੇਕਸ ਹੁੰਦੀਆਂ, ਅਸੀਂ ਉਹ ਮਿਸਟੇਕਸ ਨੂੰ ਓਵਰਕਮ ਕਰ ਸਕਦੇ ਹਾਂ। ਸੋ ਅਗੇਨ ਫਰੈਂਡਸ you can contact us so that ਅਸੀਂ ਤੁਹਾਡੀ ਪ੍ਰੋਫਾਈਲ ਦੇਖ ਕੇ ਜੱਜ ਕਰ ਸਕੀਏ ਕਿ ਐਨਾਲਾਈਜ਼ ਕਰ ਸਕੀਏ ਕਿ ਕਿਹੜਾ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਵਾਸਤੇ ਬੈਸਟ ਹੈ, ਕਿਹੜੀ ਓਪਰਚੁਨਿਟੀਜ਼ ਕਰੰਟਲੀ ਅਵੇਲੇਬਲ ਹੈ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਤੇ ਕਿਹੜੀ ਜਿਹੜੀ ਹੈਗੀਆਂ ਫਿਊਚਰਿਸਟਿਕਲੀ ਅੱਗੇ ਜਿਹੜਾ ਜਾ ਕੇ ਆਪਣੇ ਕੋਲ ਅਵੇਲੇਬਲ ਹੋ ਸਕਦੀਆਂ ਸੋ ਦੈਟ ਅਸੀਂ ਕਿ ਉਹਨਾਂ ਲਈ ਐਲੀਜੀਬਲ ਹੋ ਜਾਈਏ। ਅਗੇਨ ਫਰੈਂਡਸ ਇਫ ਯੂ ਆਰ ਆਲਰੇਡੀ ਵਿਦ ਇਨ ਕੈਨੇਡਾ, ਯੂ ਆਰ ਵਰਕਿੰਗ, ਯੂ ਹੈਵ ਵੈਲਿਡ ਰਾਈਟਸ ਅਵੇਲੇਬਲ, ਚਾਹੇ ਸਟੱਡੀ ਪਰਮਿਟ ਤੇ ਹੋ, ਚਾਹੇ ਆਪਣਾ ਵਰਕ ਪਰਮਿਟ ਤੇ ਹੋ, ਚਾਹੇ LMIA ਬੇਸਡ ਪਰਮਿਟਸ ਤੇ ਹੋ ਜਾਂ ਫਿਰ ਹਾਲੇ ਤੁਸੀਂ ਸਟੱਡੀ ਪਰਮਿਟ ਐਕਵਾਇਰ ਹੀ ਕੀਤੀ ਹੈ ਇੰਡੀਆ ਤੋਂ ਬਟ ਯੂ ਹੈਵ ਨਾਟ ਟਰੈਵਲਡ ਸੋ ਫਾਰ, ਸਾਰੇ ਐਪਲੀਕੈਂਟਸ ਨੂੰ ਮੈਂ ਕਹਾਂਗਾ ਕਿ ਜਿਹੜੇ ਕਿ ਫਿਊਚਰ ਦੇ ਅੰਦਰ ਕੁਝ ਕੈਨੇਡੀਅਨ ਕ੍ਰੈਡੈਂਸ਼ੀਅਲਸ ਜਾਂ ਵਰਕ ਐਕਸਪੀਰੀਅੰਸ ਐਕਵਾਇਰ ਕਰਨ ਵਾਲੇ ਹੈ, ਪਲੀਜ਼ ਗੈਟ ਇਨ ਟੱਚ ਵਿਦ ਅਸ ਸੋ ਦੈਟ ਵੀ ਕੈਨ ਗੋ ਹੈਡ ਐਂਡ ਚੈੱਕ ਯੂਰ ਪ੍ਰੋਫਾਈਲਸ ਐਂਡ ਚੈੱਕ ਕਿ ਤੁਸੀਂ ਕਿਹੜੀ ਕਿਹੜੀ ਓਪਰਚੁਨਿਟੀ ਨੂੰ ਟਾਰਗੇਟ ਕਰਕੇ ਆਪਣੇ ਪ੍ਰੋਸੀਡ ਕਰ ਸਕਦੇ ਹੋ। Again friends, looking forward to be in touch with you. All the best for your applications and the future coming opportunities. Have a nice day. Thank you.